ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਖਬਰਾਂ ਤੇ ਇੱਕ ਇੱਕ ਕਰਕੇ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਰਾਜ ਸਭਾ ਲਈ ਸੀਟਾਂ ਤੇ ਵੋਟਾਂ ਪਈਆਂ, ਕਿਵੇਂ ਦੇਖਦੇ ਆ? ਦੋ ਥਾਵਾਂ ਤੇ ਤਾਂ ਰੱਦ ਕਰ ਦਿੱਤੀਆਂ ਗਈਆਂ ਸੀਗੀਆਂ, ਜੋ ਨਤੀਜੇ ਆਏ ਕੋਈ ਕਹਿੰਦਾ ਭਾਜਪਾ ਨੂੰ ਝਟਕਾ ਹੈ, ਪਰ ਤੁਸੀਂ ਕਿਵੇਂ ਦੇਖਦੇ ਆ? ਇਹਨਾਂ ਦੋਵਾਂ ਵੱਡੀਆਂ ਪਾਰਟੀਆਂ ਨੂੰ ਝਟਕੇ ਲੱਗੇ ਜੀ, ਔਰ ਇਹਨਾਂ ਨੇ ਇੱਕ ਦੂਜੇ ਨੂੰ ਲਾਏ। ਇਹਦੇ ਵਿੱਚ ਚੋਣ ਕਮਿਸ਼ਨ ਨੂੰ ਵੀ ਵਰਤਿਆ ਗਿਆ। ਚੋਣ ਕਮਿਸ਼ਨ ਨੂੰ ਜਿਸ ਤਰ੍ਹਾਂ ਦੀ ਆਪਣੀ ਨਿਰਪੱਖਤਾ ਰੱਖਣੀ ਚਾਹੀਦੀ ਹੈ, ਉਹ ਨਿਰਪੱਖਤਾ ਰੱਖ ਨਹੀਂ ਰਿਹਾ, ਤੇ ਇਹ ਅਸੀਂ ਕਈ ਵਾਰ ਵੇਖ ਚੁੱਕੇ ਹਾਂ। ਜੀ, ਜਦੋਂ 6 ਸਾਲ ਪਹਿਲਾਂ 2016 'ਚ ਹਰਿਆਣੇ ਤੋਂ ਰਾਜ ਸਭਾ ਦੀਆਂ ਚੋਣਾਂ ਵੋਟਾਂ ਵਾਸਤੇ ਸੀਟਾਂ ਵਾਸਤੇ ਚੋਣ ਹੋਈ, ਉਦੋਂ ਸੁਭਾਸ਼ ਚੰਦਰਾ ਜਿਹੜਾ ਪੁਰਾਣੇ ZTV ਨਾਲ ਜੁੜਿਆ ਹੁੰਦਾ ਸੀ, ਜੀ ਜੀ, ਉਹ ਭਾਜਪਾ ਦੀ ਮਦਦ ਨਾਲ ਖੜਾ ਸੀ। ਭਾਜਪਾ ਦੇ ਵਿਧਾਇਕਾਂ ਦੀਆਂ ਵੋਟਾਂ ਪਹਿਲਾਂ ਪੈ ਗਈਆਂ। ਜਦੋਂ ਬਾਅਦ ਵਿੱਚ ਕਾਂਗਰਸ ਵਾਲੇ ਇਕੱਠੇ ਹੋ ਕੇ ਵੋਟਾਂ ਪਾਉਣ ਆਏ ਤੇ ਕਿਸੇ ਨੇ ਪੈਨ ਬਦਲ ਦਿੱਤਾ, ਤੇ ਪੈਨ ਦੀ ਸਿਆਹੀ ਕਿਉਂਕਿ ਬਦਲੀ ਸੀ, ਉਹਨਾਂ ਦੀਆਂ ਵੋਟਾਂ ਕੈਂਸਲ ਹੋ ਗਈਆਂ। ਭਾਜਪਾ ਵਾਲਿਆਂ ਦੀਆਂ ਆਪਣਾ ਉਮੀਦਵਾਰ ਵੀ ਜਿੱਤ ਗਿਆ ਤੇ ਉਹਨਾਂ ਦੇ ਸਮਰਥਨ ਵਾਲਾ ਸੁਭਾਸ਼ ਚੰਦਰਾ ਵੀ ਇਸ ਕਰਕੇ ਜਿੱਤ ਗਿਆ ਕਿ ਕਾਂਗਰਸ ਦੀਆਂ 14-15 ਵੋਟਾਂ ਰੱਦ ਹੋ ਗਈਆਂ। ਕਾਂਗਰਸੀ ਕਹਿੰਦੇ ਸੀ ਕਿ ਸਾਨੂੰ ਅੰਦਰ ਜਾਣ ਦੇਣ ਤੋਂ ਪਹਿਲਾਂ ਸਾਡੇ ਮੋਬਾਈਲ ਤੇ ਸਾਡੇ ਪੈਨ ਦੋਵੇਂ ਪਹਿਲਾਂ ਹੀ ਰਖਾ ਲਏ ਸੀ, ਅਸੀਂ ਤੇ ਲੈ ਕੇ ਨਹੀਂ ਗਏ, ਤੇ ਪੈਨ ਕਿਹਨੇ ਬਦਲਤਾ? ਸਾਫ਼ ਸੀ ਕਿ ਅੰਦਰ ਬਦਲਿਆ ਗਿਆ। ਇਹ ਸ਼ਿਕਾਇਤ ਚੋਣ ਕਮਿਸ਼ਨ ਕੋਲ ਗਈ, ਕੁਛ ਨਹੀਂ ਕੀਤਾ ਗਿਆ। ਸੁਭਾਸ਼ ਚੰਦਰਾ ਬੜੇ ਆਰਾਮ ਨਾਲ 6 ਸਾਲ ਰਾਜ ਸਭਾ ਮੈਂਬਰ ਦੇ ਤੌਰ ਤੇ ਐਸ਼ ਕਰਦਾ ਰਿਹਾ। ਹੁਣ ਸੁਭਾਸ਼ ਚੰਦਰਾ ਇਸ ਵਾਰੀ ਜਾ ਕੇ ਖਲੋ ਗਿਆ ਰਾਜਸਥਾਨ ਤੋਂ। ਬੜੀ ਝਾਕ ਸੀ ਕਿ ਤਿਕੜਮਬਾਜੀ ਕਰਕੇ ਮੈਂ ਫਿਰ ਜਿੱਤ ਜਾਣਾ। ਇੱਧਰ ਹਰਿਆਣੇ ਦੇ ਵਿੱਚ ਫਿਰ ਇੱਕ ਸੀਟ ਦੇ ਉੱਤੇ ਰੌਲਾ ਸੀ। ਆਖਰੀ ਵਕਤ ਦੇ ਉੱਤੇ ਜਾ ਕੇ ਚੋਣ ਦੇ ਵਿੱਚ ਜਿੱਤ ਗਿਆ ਅਜੇ ਮਾਕਨ। ਉਹਦੇ ਜਿੱਤਣ ਤੋਂ ਬਾਅਦ ਇਹਨਾਂ ਭਾਜਪਾ ਵਾਲਿਆਂ ਨੇ ਇੱਕ ਸ਼ਿਕਾਇਤ ਕਰ ਦਿੱਤੀ ਕਿ ਕਾਂਗਰਸ ਦੀ ਇੱਕ MLA ਬੀਬੀ ਨੇ ਆਪਣੀ ਵੋਟ ਆਪਣੇ ਪਾਰਟੀ ਦੇ ਏਜੰਟ ਨੂੰ ਵਿਖਾ ਕੇ ਪਾਈ ਹੈ। ਇਹ ਗੱਲ ਜੇ ਉਹਨੇ ਕੀਤੀ ਹੈ ਤੇ ਗਲਤ ਹੈ। ਇਸ ਪੱਖ ਤੋਂ ਉਹਦੀ ਵੋਟ ਰੱਦ ਹੋ ਗਈ। ਹੁਣ ਉਹ ਬੀਬੀ ਨੇ ਸਹਿਜ ਸੁਭਾਅ ਵਿਖਾ ਕੇ ਪਾਈ ਆ ਜਾਂ ਵਿਰੋਧੀਆਂ ਨਾਲ ਮਿਲ ਕੇ ਇੱਕ ਕਿਸਮ ਦੀ ਤਿਗੜਮਬਾਜ਼ੀ ਕੀਤੀ, ਇਹ ਤੇ ਪਤਾ ਨਹੀਂ। ਇਹਦੇ ਬੇਸ ਦੇ ਉੱਤੇ ਉਹਨਾਂ ਦੀ ਇੱਕ ਵੋਟ ਰੱਦ ਹੋ ਗਈ ਕਾਂਗਰਸੀਆਂ ਦੀ, ਤੇ ਉਹ ਵੋਟ ਇਹਨਾਂ ਦੇ ਬਜਾਏ BJP ਦੀ ਹਮਾਇਤ ਵਾਲੇ ਬੰਦੇ ਨੂੰ ਉਹ ਸੀਟ ਮਿਲ ਗਈ, ਉਹ ਜਿੱਤ ਗਿਆ ਜੀ। ਇਹ ਜਿੱਤੀ ਸੀਟ ਅਜੇ ਮਾਕਨ ਦਾ ਪਹਿਲਾਂ ਐਲਾਨ ਹੋ ਗਿਆ ਕਿ ਉਹ ਜਿੱਤ ਗਿਆ, ਪਰ ਐਲਾਨ ਦੇ ਨਾਲ ਨਾਲ ਹੀ ਸ਼ਿਕਾਇਤ ਹੋ ਗਈ, ਇਸ ਕਰਕੇ ਨਤੀਜਾ ਰੋਕ ਲਿਆ, ਤੇ ਉਹ ਨਤੀਜਾ ਦੁਬਾਰਾ ਜਦੋਂ ਕੱਢਿਆ ਤੇ ਅਜੇ ਮਾਕਨ ਜਿੱਤਿਆ ਵੀ ਹਾਰ ਗਿਆ ਜੀ। ਉਧਰ ਰਾਜਸਥਾਨ ਦੇ ਵਿੱਚ ਗਿਣਤੀ ਮਿਣਤੀ 'ਚ ਭਾਜਪਾ ਵਾਲੇ ਇੱਕ ਸੀਟ ਹੋਰ ਜਿੱਤਦੇ ਪਏ ਸੀ। ਐਨ ਸਿਰੇ ਦੇ ਉੱਤੇ ਜਾ ਕੇ ਉਹਨਾਂ ਦੀ ਇੱਕ MLA ਬੀਬੀ, ਹਰਿਆਣੇ 'ਚ ਵੀ MLA ਬੀਬੀ, ਰਾਜਸਥਾਨ 'ਚ ਵੀ MLA ਬੀਬੀ, ਜਿਹੜੀ ਹਰਿਆਣੇ 'ਚੋਂ ਰਾਜਸਥਾਨ 'ਚੋਂ 2 ਵਾਰ ਜਿੱਤੀ ਹੋਈ ਭਾਜਪਾ ਦੀ MLA ਬੀਬੀ, ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਬਹੁਤ ਨੇੜੇ ਗਿਣੀ ਜਾਂਦੀ ਹੈ। ਉਹਨੇ ਕ੍ਰਾਸ ਵੋਟਿੰਗ ਕਰਤੀ, ਆਪਣੀ ਵੋਟ ਨੇ ਕਾਂਗਰਸ ਵਾਲਿਆਂ ਨੂੰ ਪਾਤੀ। ਕਾਂਗਰਸ ਵਾਲਿਆਂ ਦਾ ਬੰਦਾ ਇੱਕ ਵੋਟ ਦੇ ਉੱਤੇ ਜਿੱਤ ਗਿਆ ਜੀ। ਹਰਿਆਣੇ 'ਚ ਕਾਂਗਰਸ ਦਾ ਇੱਕ ਵੋਟ ਤੇ ਹਾਰ ਗਿਆ, ਰਾਜਸਥਾਨ 'ਚ ਇੱਕ ਵੋਟ ਤੇ ਜਿੱਤ ਗਿਆ। ਦੋਵੇਂ ਥਾਵਾਂ ਤੇ ਤਿਗੜਮਬਾਜ਼ੀ ਹੋਈ। ਉਧਰ ਕਰਨਾਟਕਾ 'ਚ ਤਾਂ ਠੀਕ ਠਾਕ ਹੀ ਰਿਹਾ, ਕੋਈ ਬਹੁਤੀ ਅੜਚਨ ਨਹੀਂ ਆਈ। ਮਹਾਰਾਸ਼ਟਰ ਦੇ ਵਿੱਚ ਫਿਰ ਉੱਥੇ ਇੱਕ ਅੱਧੀ ਵੋਟ ਦਾ ਰੌਲਾ ਪਿਆ। ਉਹਦੇ 'ਚ ਸ਼ਿਵ ਸੈਨਾ ਵਾਲੇ ਕਹਿੰਦੇ ਆ ਕਿ ਇਹਨਾਂ ਨੇ ਚੋਣ ਕਮਿਸ਼ਨ ਨੇ ਠੀਕ ਫੈਸਲਾ ਨਹੀਂ ਕੀਤਾ। ਜੇ ਠੀਕ ਫੈਸਲਾ ਕਰਦੇ ਤੇ ਸਾਡੀ ਸੀਟ ਇੱਕ ਹੋਰ ਆ ਸਕਦੀ ਸੀ, ਪਰ ਭਾਜਪਾ ਉਹਨਾਂ ਦੇ ਨਾਲ ਬਰਾਬਰ ਭਿੜ ਗਈ। ਇਸ ਕਰਕੇ ਭਿੜ ਗਈ ਕਿ ਚੋਣ ਦੇ ਵਿੱਚ ਇਸ ਕਿਸਮ ਦੀ ਤਿਗੜਮਬਾਜ਼ੀ ਦੀ ਗੁੰਜਾਇਸ਼ ਸਾਰਿਆਂ ਥਾਵਾਂ ਤੇ ਹੁੰਦੀ ਹੈ। ਜਦੋਂ ਕਿਤੇ ਨੁਕਤਾ ਫਸ ਜਾਂਦਾ, ਉਦੋਂ ਸ਼ਿਕਾਇਤ ਜਾਂਦੀ ਹੈ ਚੋਣ ਕਮਿਸ਼ਨ ਕੋਲ। ਚੋਣ ਕਮਿਸ਼ਨਰ ਲਾਏ ਕਿਹਨੇ? ਹੁਣ ਵਾਲੀ ਸਰਕਾਰ ਨੇ ਨੇ। ਤੇ ਜਿਨ੍ਹਾਂ ਨੂੰ ਇਹ ਵੀ ਝਾਕ ਹੋਵੇ ਕਿ ਜਦੋਂ ਚੋਣ ਕਮਿਸ਼ਨਰ ਨਾ ਰਹੇ ਤੇ ਕੱਲ੍ਹ ਨੂੰ ਕੁਝ ਨਾ ਕੁਝ ਹੋਰ ਕੋਈ ਮਲਾਈਦਾਰ ਅਹੁਦਾ ਮਿਲ ਸਕਦਾ ਜੀ। ਇਹ ਹੁਣ ਮੀਡੀਆ 'ਚ ਆਮ ਚਰਚਾ ਚੱਲਣ ਲੱਗ ਪਈ। ਅੱਗੇ ਬੜਾ ਚਿਰ ਨਾ ਚੋਣ ਕਮਿਸ਼ਨ ਦੇ ਮੈਂਬਰਾਂ ਦੇ ਉੱਤੇ ਕੋਈ ਟੀਕਾ ਟਿੱਪਣੀ ਹੁੰਦੀ ਸੀ, ਨਾ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜੱਜਾਂ ਤੇ ਹੁੰਦੀ ਸੀ, ਹੁਣ ਤਾਂ ਉਹਨਾਂ ਤੇ ਵੀ ਹੋਣ ਲੱਗ ਪਈ ਹੈ। ਇਹਦਾ ਮਤਲਬ ਦੇਸ਼ ਪੂਰੀ ਤਰ੍ਹਾਂ ਇੱਕ ਬੇਭਰੋਸਗੀ ਦੇ ਮਾਹੌਲ ਵੱਲ ਤੁਰਿਆ ਜਾਂਦਾ, ਜਿੱਥੇ ਤੁਸੀਂ ਕਿਸੇ ਬਾਰੇ ਵੀ ਕੋਈ ਵੀ ਗੱਲ ਕਹਿ ਦਿਓ ਔਰ ਆਖੋ ਕਿ ਉਹ ਰਲ ਗਿਆ ਸੀ ਦੂਜੇ ਪਾਸੇ,
ਲੋਕੀ ਕਿੰਤੂ ਪਰੰਤੂ ਨਹੀਂ ਕਰਦੇ। ਉਹ ਸਮਝਦੇ ਕਿ ਅੱਜ ਕੱਲ੍ਹ ਮੌਸਮ ਇਹੋ ਜਿਹਾ ਆ ਗਿਆ ਕਿ ਕੋਈ ਵੀ ਕਿਸੇ ਨਾਲ ਰਲ ਸਕਦਾ। ਕਾਂਗਰਸੀ ਭਾਜਪਾ ਹੀ ਹੋ ਸਕਦਾ, ਭਾਜਪਾ ਹੀ ਕਾਂਗਰਸੀ ਹੋ ਸਕਦਾ। ਰਾਤ ਜਿਹੜੀਆਂ ਵਫਾਦਾਰੀਆਂ ਬਦਲ ਜਾਂਦੀਆਂ, ਰਾਤ ਨੂੰ ਇੱਕ ਪਾਰਟੀ ਦਾ ਝੰਡਾ ਹੁੰਦਾ, ਸਵੇਰ ਨੂੰ ਦੂਸਰੀ ਦਾ ਹੁੰਦਾ। ਹੁਣ ਕਾਂਗਰਸੀ ਕਹਿੰਦੇ ਆ ਕਿ ਹਰਿਆਣੇ 'ਚ ਕੁਲਦੀਪ ਬਿਸ਼ਨੋਈ ਧੋਖਾ ਦੇ ਗਿਆ। ਅੱਗੇ ਵੀ ਉਹ ਪਹਿਲਾਂ ਵੀ ਇਸ ਤਰ੍ਹਾਂ ਕਈ ਕਿਸਮ ਦੀਆਂ ਤਿਗੜਮਾਂ ਕਰ ਚੁੱਕਾ, ਹੁਣ ਫਿਰ ਕਰ ਗਿਆ। ਕੱਢ ਦੇਣਗੇ 5-7 ਸਾਲਾਂ ਬਾਅਦ ਉਹਨੇ ਫਿਰ ਕਾਂਗਰਸ ਵਿੱਚ ਆ ਜਾਣਾ। ਜੇ ਕਾਂਗਰਸ ਉੱਠਦੀ ਜਾਪੀ ਤੇ ਆਊਗਾ, ਨਹੀਂ ਤੇ ਭਾਜਪਾ ਚੱਲ ਜੂ। ਜੀ ਪਰ ਸਾਹਿਬ, ਕੱਲ੍ਹ ਆਪਾਂ ਇੱਕ ਖਬਰ ਕੀਤੀ ਸੀ ਕਿ ਬੰਦਾ 21 ਸਾਲ ਬੈਂਕ ਮੈਨੇਜਰ ਦੀ ਨੌਕਰੀ ਕਰ ਗਿਆ, ਅਯੋਗ ਸੀਗਾ, ਤੇ ਅੱਜ ਖਬਰ ਆਈ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਨੌਕਰੀ ਕਰ ਰਹੇ ਆ ਜਿਹੜੇ ਨਕਲੀ ਡਿਗਰੀ ਤੇ ਭਰਤੀ ਹੋਏ ਆ। ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਸਖਤੀ ਕਰਾਂਗੇ, ਲੋਕਾਂ ਦੇ ਟੈਕਸ ਦਾ ਇੱਕ ਪੈਸਾ ਸਹੀ ਜਗ੍ਹਾ ਤੇ ਲੱਗੂਗਾ। ਕਿਵੇਂ ਦੇਖਦੇ ਆ, ਕਿਉਂਕਿ ਸਰਕਾਰ ਸਖਤ ਲੱਗਦੀ ਹੈ ਹੁਣ? ਫਿਰ ਸਰਕਾਰ ਸਖਤ ਲੱਗਦੀ ਨਹੀਂ, ਸਰਕਾਰ ਨੂੰ ਇਦੋਂ ਵੀ ਵੱਧ ਸਖਤ ਹੋਣਾ ਚਾਹੀਦਾ। ਜੀ, ਸਾਡੇ ਕੋਲ ਇਹੋ ਜਿਹੀਆਂ ਬਹੁਤ ਮਿਸਾਲਾਂ ਨੇ। ਸੈਂਕੜਿਆਂ ਦੀ ਗਿਣਤੀ 'ਚ ਲੋਕ ਸੁਨੇਹੇ ਭੇਜਦੇ ਆ, ਫਲਾਨਾ ਜਾਲੀ ਨੌਕਰੀ ਕਰ ਰਿਹਾ। ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਮੀਡੀਆ ਵਾਲੇ, ਜਦ ਤੱਕ ਉੱਥੇ ਅਗਲੇ ਪਾਸੇ ਕੋਈ ਪੜਤਾਲ ਨਹੀਂ ਚੱਲਦੀ, ਕੋਈ ਗੱਲ ਨਹੀਂ ਚੱਲਦੀ, ਅਸੀਂ ਕਿਸੇ ਦਾ ਨਾਮ ਹੀ ਨਹੀਂ ਲੈ ਸਕਦੇ। ਸਾਡੇ ਕੋਲ ਆਈਆਂ ਖਬਰਾਂ ਦੇ ਵਿੱਚੋਂ ਕੁਝ ਸੱਚੀਆਂ ਹੁੰਦੀਆਂ, ਕੁਝ ਲੋਕੀ ਸ਼ਰਾਰਤ ਨਾਲ ਵੀ ਭੇਜਦੇ ਆ। ਇਹ ਅਸੀਂ ਬੜੀ ਵਾਰੀ ਵੇਖ ਚੁੱਕੇ ਹਾਂ। ਵਟਸਐਪ ਫੈਕਟਰੀ ਕੰਮ ਕਰਦੀ ਹੈ, ਜਿਸ 'ਚ ਝੂਠੀਆਂ ਸ਼ਿਕਾਇਤਾਂ ਵੀ ਬਣਾ ਕੇ ਭੇਜੀਆਂ ਜਾਂਦੀਆਂ ਕਿ ਫਲਾਣੇ ਕੋਲ ਜਾਲੀ ਡਿਗਰੀ ਹੈ। ਇਸ ਕਰਕੇ ਕਿਸੇ ਦਾ ਨਾਂ ਨਹੀਂ ਲਿਆ ਰਹੇ ਜੀ। ਪਰ ਇਹ ਸਾਨੂੰ ਪਤਾ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਜਾਲੀ ਡਿਗਰੀਆਂ ਦੇ ਨਾਲ ਲੱਗੇ ਹੋਏ ਆ। ਉਹਨਾਂ ਨੂੰ ਅੱਡ-ਅੱਡ ਥਾਵਾਂ ਦੇ ਉੱਤੇ, ਕਿਸੇ ਨੂੰ ਕਾਂਗਰਸੀ ਮੰਤਰੀ ਨੇ ਲਵਾਇਆ, ਕਿਸੇ ਨੂੰ ਅਕਾਲੀ ਮੰਤਰੀ ਨੇ ਲਵਾਇਆ। ਇੱਦਾਂ ਦਾ ਕੰਮ ਪੰਜਾਬ ਦਾ ਕੋਈ ਮਹਿਕਮਾ ਰਹਿ ਗਿਆ ਉਹ ਜਿਹਦੇ 'ਚ ਨਹੀਂ ਹੋਇਆ। ਮੈਂ ਤੁਹਾਨੂੰ ਪਤਾ ਕਿ ਕੱਲ੍ਹ ਇਹ ਗੱਲ ਦੱਸੀ ਸੀ ਕਿ ਇੱਕ ਡਾਕਟਰ ਇੱਕੋ ਸਰਟੀਫਿਕੇਟ ਤੇ 2 ਡਾਕਟਰ ਡਿਊਟੀ ਕਰਦੇ ਰਹੇ, ਤੇ ਸਾਡੇ ਦਰਸ਼ਕਾਂ 'ਚੋਂ ਇੱਕ ਨੇ ਟਿੱਪਣੀ ਉੱਤੇ ਲਿਖੀ ਹੈ ਕਿ ਉਹਨਾਂ 'ਚੋਂ ਇੱਕ ਡਾਕਟਰ ਨਾਲ ਦੀ ਨਾਲ MD ਵੀ ਕਰਦਾ ਰਿਹਾ, ਯਾਨੀ MBBS ਹੁੰਦਿਆਂ ਅਗਲੀ ਕੁਆਲੀਫਿਕੇਸ਼ਨ ਵਾਸਤੇ ਵੀ ਯਤਨ ਕਰਦਾ ਰਿਹਾ। ਇਹ ਵੀ ਤਾਂ ਅਸੀਂ ਵੇਖਿਆ। ਇੱਕ ਤੁਸੀਂ ਹੋਰ ਵੇਖੋ, ਕਾਂਗਰਸੀ ਤੇ ਅਕਾਲੀ ਦੋਵਾਂ ਸਰਕਾਰਾਂ ਦੇ ਦਰਮਿਆਨ ਇੱਕ ਮਾਮਲਾ ਫਸ ਗਿਆ ਸੀ। ਜਦੋਂ 2017 ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ, ਇਹਨਾਂ ਮੰਤਰੀਆਂ ਕੋਲੇ ਹੱਕ ਹੁੰਦਾ ਕਿ ਇਹਨਾਂ ਦੇ ਨਾਲ ਜਿਹੜੇ PHA ਲੱਗੇ ਹੋਣ ਨਾ, ਇਹ ਜਾਣ ਲੱਗਿਆਂ ਉਹਨਾਂ 'ਚੋਂ ਕਿਸੇ ਨਾ ਕਿਸੇ ਨੂੰ ਕੋਸ਼ਿਸ਼ ਕਰਕੇ ਤੇ PCS ਅਫਸਰ ਬਣਾ ਜਾਂਦੇ ਆ। ਸਾਰਿਆਂ ਨੂੰ ਨਹੀਂ, ਕਿਸੇ ਦਾ ਇੱਕ ਦਾ ਬਣਾਉਂਦੇ, 2 ਦਾ ਬਣਾਉਂਦੇ, 5 ਦਾ ਬਣਾਉਂਦੇ, ਸਾਰੇ ਤੇ ਲਾ ਨਹੀਂ ਸਕਦੇ। ਇੱਕ ਮੰਤਰੀ ਨੇ ਬਾਦਲ ਸਾਹਿਬ ਦੀ 2012 ਤੋਂ 17 ਵਾਲੀ ਸਰਕਾਰ ਦੇ ਵਿੱਚ ਇੱਕ ਮੁੰਡਾ ਉਹਦੇ ਨਾਲ PA ਲੱਗਾ ਸੀ, ਕਮਾਊ ਪੁੱਤ ਹੋਊਗਾ ਜੀ, ਉਹਨੇ PCS ਅਫਸਰ ਬਣਵਾਤਾ। ਹੁਣ PCS ਅਫਸਰ ਜਿਨ੍ਹਾਂ ਨੂੰ ਬਣਾਓ, ਉਹਨਾਂ ਦੀ ਮਨਜ਼ੂਰੀ ਲੈਣੀ ਪੈਂਦੀ ਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੋਂ, ਪਟਿਆਲੇ ਤੋਂ। ਉੱਥੇ ਕੇਸ ਗਿਆ ਤੇ ਉਹਨਾਂ ਨੇ ਆਖਿਆ ਜੀ ਇਹਦੀ BA ਦੀ ਡਿਗਰੀ ਨਾਲ ਨਹੀਂ ਲੱਗੀ। ਜਵਾਬ ਅੱਗੋਂ ਇਹ ਦਿੱਤਾ ਗਿਆ ਕਿ ਇਹਨੇ 2 MA ਕੀਤੀਆਂ, ਉਹ BA ਤੋਂ ਵੱਡੀਆਂ ਹੁੰਦੀਆਂ। ਉਹ ਕਹਿੰਦੇ ਜੀ ਅਸੀਂ MA ਨਹੀਂ ਵੇਖ ਰਹੇ, ਸਾਨੂੰ ਤਾਂ BA ਦੀ ਡਿਗਰੀ ਚਾਹੀਦੀ ਆ। ਉਹ ਇਹਨੇ ਕੀਤੀ ਕਿ ਨਹੀਂ ਕੀਤੀ? ਅੱਗੋਂ ਜਵਾਬ ਫਿਰ ਇਹ ਗਿਆ ਕਿ ਜਦੋਂ MA ਕਰ ਲਈ ਤੁਸੀਂ BA ਦੇ ਮਗਰ ਕਿਉਂ ਪਏ ਹੋ? ਉਹਨਾਂ ਆਖਿਆ ਜੀ ਇੱਥੇ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਲਿਖੀ ਹੈ, ਸਾਨੂੰ ਗ੍ਰੈਜੂਏਸ਼ਨ ਦੀ ਡਿਗਰੀ ਚਾਹੀਦੀ ਹੈ। ਜਵਾਬ ਦਿੱਤਾ ਜੀ ਜਿੱਥੋਂ MA ਕੀਤੀ ਸੀ ਉਹ ਡਿਗਰੀ ਉੱਥੇ ਦੇ ਦਿੱਤੀ ਹੈ। ਉਸ ਯੂਨੀਵਰਸਿਟੀ ਤੋਂ ਪਤਾ ਕੀਤਾ ਗਿਆ ਤੇ ਉੱਥੇ ਉਹ ਮੁੰਡਾ ਕਦੇ ਡਿਗਰੀ ਕਰਨ ਗਿਆ ਹੀ ਨਹੀਂ ਸੀ ਜਿੱਥੋਂ MA ਦੀਆਂ 2 ਡਿਗਰੀਆਂ ਲੈ ਆਇਆ। ਮੁੰਡਾ ਇੱਥੇ ਮੰਤਰੀ ਦੀ ਗੱਡੀ 'ਚ ਹੁੰਦਾ ਸੀ, ਰੋਜ਼ ਉਹਦੇ ਨਾਲ ਰਹਿੰਦਾ ਸੀ, ਇੱਥੇ ਹਾਜ਼ਰੀਆਂ ਪਾ ਕੇ ਤਨਖਾਹਾਂ ਲਈ ਗਿਆ। ਉੱਥੋਂ ਬਾਹਰ ਦੀ ਯੂਨੀਵਰਸਿਟੀ ਤੋਂ 2 ਡਿਗਰੀਆਂ ਕਰ ਲਈਆਂ, ਇੱਥੇ PCS ਲੱਗ ਗਿਆ। ਸਰਕਾਰ ਨੇ ਉਹਨੂੰ ਲਾਤਾ। ਮੁੜ ਕੇ ਕਾਂਗਰਸੀ ਸਰਕਾਰ ਆ ਗਈ ਕੈਪਟਨ ਅਮਰਿੰਦਰ ਸਿੰਘ ਦੀ, ਉਹਦਾ ਕੇਸ ਚੱਲਦਾ ਰਿਹਾ, ਕੇਸ ਹਾਈ ਕੋਰਟ ਚਲਾ ਗਿਆ। ਅਫਸਰ ਸਾਰੇ ਕਹਿਣ ਜੀ ਅਸੀਂ ਹੁਣ ਇਹਦੀ ਮਦਦ ਵੀ ਕਰੀਏ ਤੇ ਕਿੱਦਾਂ ਕਰੀਏ ਜੀ, ਡਿਗਰੀ ਝੂਠੀ ਹੈ, ਇਹਨੇ ਗ੍ਰੈਜੂਏਸ਼ਨ ਕੀਤੀ ਨਹੀਂ, ਗ੍ਰੈਜੂਏਸ਼ਨ ਦੀ ਜਾਲੀ ਡਿਗਰੀ ਦੇ ਕੇ ਜਾ ਕੇ ਤੇ ਬਾਹਰੋਂ 2 MA ਕਰਕੇ ਆ ਗਿਆ। ਅਖੀਰ ਉਹ ਮੁੰਡਾ SDM ਲੱਗਾ ਹੁੰਦਾ ਸੀ ਉੱਥੇ ਪਠਾਨਕੋਟ ਜਾਂ ਗੁਰਦਾਸਪੁਰ ਜ਼ਿਲ੍ਹੇ 'ਚ ਕਿਸੇ ਥਾਂ ਦੇ ਉੱਤੇ, ਜਿੱਥੇ ਲੱਗਾ ਸੀ ਉਸ ਹਲਕੇ ਦਾ ਵਿਧਾਇਕ ਉਹ ਮੰਤਰੀ ਸੀ। ਉਹ ਹੁਣ ਸਾਰੇ ਮਤਲਬ ਕਾਂਗਰਸੀ ਮੰਤਰੀ, ਪਹਿਲਾਂ ਅਕਾਲੀਆਂ ਨੇ ਉਹਨੂੰ ਪਤਿਆਇਆ, ਮੁੰਡੇ ਨੂੰ ਬਹੁਤ ਪਲੋਸਿਆ, ਬਹੁਤ ਵੱਡੀ ਉਹਦੀ ਮਦਦ ਕੀਤੀ, ਮਗਰੋਂ ਕਾਂਗਰਸੀਆਂ ਕੀਤੀ। ਅਖੀਰ ਹਾਈ ਕੋਰਟ ਦਾ ਹੁਕਮ ਆ ਗਿਆ ਕਿ ਤੁਸੀਂ ਆਹ ਜਾਲਸਾਜ਼ ਨੂੰ SDM ਬਣਾਇਆ ਗਿਆ, ਸਬ ਡਿਵੀਜ਼ਨਲ ਮੈਜਿਸਟ੍ਰੇਟ ਬਣਾਇਆ। ਇਹ ਲੋਕਾਂ ਦੇ ਅਦਾਲਤੀ ਫੈਸਲੇ ਵੀ ਕਰਦਾ ਹੋਊ, ਇੰਨੇ ਸਾਰੇ ਪ੍ਰਸ਼ਾਸਨਿਕ ਕੰਮ ਕਰਦਾ ਹੋਊ। ਤੁਹਾਨੂੰ ਜਦੋਂ ਪਤਾ ਕਿ ਇਹਦੀਆਂ ਡਿਗਰੀਆਂ ਜਾਲੀ ਨੇ ਤੇ ਤੁਸੀਂ ਬਿਠਾਇਆ ਉੱਤੇ ਕਿੱਥੋਂ? ਉਠਾਓ ਇਹਨੂੰ। ਉਹਨੂੰ SDM ਲੱਗੇ ਨੂੰ ਉਠਾ ਕੇ ਜਾ ਕੇ ਸੈਕਟਰੀਏਟ 'ਚ ਕਲਰਕ ਦੀ ਕੁਰਸੀ ਤੇ ਬਿਠਾਇਆ ਗਿਆ।
ਇਸ ਵੇਲੇ ਇੱਥੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਬਾਰੇ 'ਚ ਜਾਂਚ ਚੱਲ ਗਈ ਹੈ। ਅੱਜ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਜੀ ਅਸੀਂ ਉਹ ਜਾਲੀ ਡਿਗਰੀਆਂ ਵਾਲੇ ਜਿਹੜੇ ਮੰਤਰੀਆਂ ਦੇ ਤੇ ਵੱਡੀਆਂ ਹਸਤੀਆਂ ਦੇ ਚਹੇਤੇ ਲੱਗੇ ਆ ਜਾਂ ਪਿਛਲੇ ਸਮੇਂ 'ਚ ਲੱਗੇ ਰਹੇ ਸੀ, ਉਹਨਾਂ ਦੀ ਪੜਤਾਲ ਸ਼ੁਰੂ ਕਰਾਉਣੀ ਹੈ। ਮੁੱਖ ਮੰਤਰੀ ਨੇ ਲੱਗੇ ਰਹੇ ਨਹੀਂ ਆਖਿਆ, ਉਹਨੇ ਆਖਿਆ ਜਿਹੜੇ ਲੱਗੇ ਹੋਏ ਆ ਜੀ। ਪਰ ਲੱਗੇ ਰਹੇ ਦੀ ਗੱਲ ਮੈਂ ਇਸ ਕਰਕੇ ਕਹਿਣਾ ਕਿ ਇੱਕ ਸਿਆਸੀ ਪਾਰਟੀ ਦਾ ਬੁਲਾਰਾ ਕਿਸੇ ਵਕਤ ਗਾਈਟਡ ਅਫਸਰ ਲੱਗ ਗਿਆ ਸੀ, ਉਦੋਂ ਸਿਆਸੀ ਪਾਰਟੀ ਦਾ ਬੁਲਾਰਾ ਨਹੀਂ ਸੀ ਹੁੰਦਾ। ਬਾਅਦ ਵਿੱਚ ਛੱਡ ਕੇ ਇੱਕ ਸਿਆਸੀ ਪਾਰਟੀ ਦੇ ਲੀਡਰ ਦੇ ਤੌਰ ਤੇ ਪ੍ਰਮੋਸ਼ਨਾਂ ਲਈ ਗਿਆ ਅੱਜ ਕੱਲ੍ਹ ਬੁਲਾਰਾ। ਹੁਣ ਕਿਸੇ ਨੇ ਉਹਦੀ ਵੀ RTI ਦੀ ਇੱਕ ਅਰਜ਼ੀ ਦੇ ਦਿੱਤੀ ਹੈ ਕਿ ਇਹ ਉਦੋਂ ਗਾਈਟਡ ਅਫਸਰ ਸਿੱਧਾ ਰੈਵਨਿਊ ਡਿਪਾਰਟਮੈਂਟ 'ਚ ਕਿੱਦਾਂ ਲੱਗਾ ਸੀ, ਨਾਲ ਉਹਦੀ ਘਰਵਾਲੀ ਦੇ ਬਾਰੇ 'ਚ ਵੀ ਉਹਨਾਂ RTI 'ਚ ਮਤਲਬ ਜਾਣਕਾਰੀ ਮੰਗ ਲਈ ਹੈ। ਇੱਦਾਂ ਦੇ ਕੇਸ ਇੱਕ ਦੂਸਰੇ ਦੇ ਖਿਲਾਫ ਲਗਾਤਾਰ ਉੱਭਰਦੇ ਆਉਂਦੇ ਆ। ਇਹ ਜਿੰਨੇ ਕੇਸ ਉੱਭਰਨੇ ਆ, ਜਿਨ੍ਹਾਂ ਨੂੰ ਸੇਕ ਲੱਗਣਾ ਉਹ ਤਾਂ ਪਿੱਟਣਗੇ ਬਿਲਕੁਲ। ਪਰ ਭਗਵੰਤ ਮਾਨ ਦੀ ਸਰਕਾਰ ਜੇ ਇਹਨਾਂ ਕੇਸਾਂ ਦੇ ਵਿੱਚ ਕਾਰਵਾਈ ਕਰੇ, ਇਹ ਜਿੰਨੇ ਜਾਲਸਾਜ਼ ਹੈ ਇਹਨਾਂ ਸਾਰਿਆਂ ਨੂੰ ਫੜ ਕੇ ਭਾਵੇਂ ਤੇ ਨੌਕਰੀ ਤੋਂ ਕੱਢੇ, ਇਹਨਾਂ ਤੋਂ ਪਿਛਲੇ ਇੰਨੇ ਸਾਲਾਂ ਦੀ ਤਨਖਾਹ ਵੀ ਵਸੂਲੇ, ਭਾਵੇਂ ਇਹਨਾਂ ਨੂੰ ਜੇਲ੍ਹ ਕੱਲੇ, ਭਾਵੇਂ ਇਹਨਾਂ ਦੀ ਸਿਫਾਰਿਸ਼ ਕਰਨ ਤੇ ਇਹਨਾਂ ਨੂੰ ਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰੇ ਜੀ। ਜੋ ਵੀ ਕਰੇਗੀ ਉਹਦੇ 'ਚ ਪੰਜਾਬ ਦੇ ਲੋਕ ਖੁਸ਼ ਹੋਣਗੇ। ਆਖਰਕਾਰ ਇਹਨਾਂ ਠੱਗਾਂ ਨੇ ਜਦੋਂ ਨੌਕਰੀਆਂ ਲਈਆਂ, ਅਫਸਰੀਆਂ ਲਈਆਂ, ਇਹ ਤਾਂ ਖੁਸ਼ ਹੋ ਗਏ, ਪਰ ਉਹ ਕਿਸੇ ਹੋਰ ਦਾ ਹੱਕ ਤਾਂ ਮਾਰਿਆ ਗਿਆ ਨਾ ਜੀ। ਉੱਥੇ ਜਿਹੜਾ ਜਾਇਜ਼ ਲੱਗਣਾ ਚਾਹੁੰਦਾ ਸੀ ਉਹ ਰਹਿ ਗਿਆ, ਤੇ ਨਜਾਇਜ਼ ਜਾਲੀ ਡਿਗਰੀ ਵਾਲਾ ਐਵੇਂ ਕੋਈ ਉੱਠ ਕੇ ਬੰਤੂ ਟ੍ਰੇਨਡ ਲਿਆ ਕੇ ਉੱਥੇ ਬਿਠਾ ਦਿਓ, ਇਹ ਜੀ ਸਾਡਾ SDM ਸਾਹਿਬ ਹੈ, ਮੈਜਿਸਟ੍ਰੇਟ ਹੈ ਇਲਾਕੇ ਦਾ। ਇਹ ਜਿਹੜੇ ਇਸ ਤਰ੍ਹਾਂ ਦੇ ਮੈਜਿਸਟ੍ਰੇਟ ਲੱਗੇ ਸੀ ਉਹਨਾਂ ਨੂੰ ਲਿਆ ਕੇ ਜਿਸ ਤਰ੍ਹਾਂ ਬਿਠਾਇਆ ਗਿਆ ਸੀ, ਉਹਨਾਂ ਨੂੰ ਜੇ ਕੱਢਿਆ ਜਾਵੇ ਤੇ ਪੰਜਾਬ ਦੇ ਲੋਕ ਇਸ ਸਰਕਾਰ ਤੇ ਖੁਸ਼ ਹੋਣਗੇ। ਜੇ ਉਹਨਾਂ 'ਚੋਂ ਜਿਹੜੇ ਕੱਢੇ ਗਏ ਆ ਉਹਨਾਂ ਦੀ ਵੀ, ਜਾਂ ਜਿਹੜੇ ਛੱਡ ਗਏ ਡਰਦੇ, ਉਹਨਾਂ ਦੀ ਵੀ ਕਿਸੇ ਦੀ ਪੜਤਾਲ ਹੋਵੇ ਤੇ ਜੋ ਕੇਸ ਬਣਦੇ ਆ ਤਾਂ ਪੰਜਾਬ ਦੇ ਲੋਕ ਇਹਨੂੰ ਮਾੜਾ ਨਹੀਂ ਕਹਿਣਗੇ, ਉਹ ਕਹਿਣਗੇ ਜੀ ਹੋਣੇ ਚਾਹੀਦੇ ਆ ਜੀ। ਕਿਉਂਕਿ ਉਹ ਜਿਹੜਾ ਇਸ ਤਰ੍ਹਾਂ ਦਾ ਜਾਲਸਾਜ਼ੀ ਦਾ ਖਾਤਾ ਪਿਛਲੇ 20-25 ਸਾਲਾਂ ਤੋਂ ਚੱਲਦਾ ਆ ਰਿਹਾ। ਹੁਣ ਜਿਹੜਾ ਕੱਲ੍ਹ ਕੱਢਿਆ ਗਿਆ ਬੈਂਕ ਵਾਲਾ ਅਫਸਰ, ਇਹ ਵੀ ਤਾਂ 2001 'ਚ ਭਰਤੀ ਹੋਇਆ ਸੀ ਨਾ ਜੀ, ਕੋਆਪਰੇਟਿਵ ਮਹਿਕਮੇ 'ਚ। ਬਿਲਕੁਲ। ਜੇ ਇਹ ਕੱਢਿਆ ਗਿਆ ਤਾਂ ਇੱਦਾਂ ਦੇ ਬਾਕੀ ਵੀ ਕੱਢੇ ਜਾਣੇ ਚਾਹੀਦੇ। ਪਰ ਸਰ ਨਾਲ ਫਿਰ ਵੀ ਦੱਸਿਓ, ਪੰਜਾਬ ਸਕੱਤਰੇਤ ਦਾ ਸੁਰੱਖਿਆ ਦਾ 150 ਕਰੋੜ ਰੁਪਏ ਖੜਾ, ਇਹ ਮਾਮਲਾ ਕੀ ਹੈ, ਕਦੋਂ ਦੀ ਗੱਲ ਚੱਲਦੀ ਆ ਰਹੀ ਹੈ, ਪਹਿਲਾਂ ਕਿਹਦੇ ਕੋਲ ਸੀਗਾ ਇਹ ਸਾਰਾ ਕੁਝ? ਦੇਖੋ, ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਤੋਂ ਪਹਿਲਾਂ ਪੰਜਾਬ ਸੈਕਟਰੀਏਟ ਦੀ ਸਿਕਿਉਰਿਟੀ ਪੰਜਾਬ ਪੁਲਿਸ ਕੋਲ ਸੀ ਜੀ। ਪੰਜਾਬ ਦੀ ਆਰਮਡ ਪੁਲਿਸ, ਜਿਹਨੂੰ PAP ਕਹਿੰਦੇ ਆ, ਉਹਦੇ ਕਮਾਂਡੋ ਉੱਥੇ ਹੁੰਦੇ ਸੀ। ਉਹਦੇ ਤੋਂ ਬਾਅਦ ਕਿਉਂਕਿ ਉਹ ਸੈਕਟਰੀਏਟ 11 ਮੰਜ਼ਿਲਾ ਇਕੱਲਾ ਸਾਡਾ ਨਹੀਂ, ਹਰਿਆਣੇ ਦਾ ਵੀ ਹੈ, ਉਹਦੀ ਸਿਕਿਉਰਿਟੀ ਦਾ ਸਵਾਲ ਇਹ ਸਮਝ ਕੇ ਕਿ ਬਹੁਤ ਖਤਰਾ ਪੈਰਾਮਿਲਟਰੀ ਫੋਰਸ ਨੂੰ ਦੇ ਦਿੱਤਾ ਗਿਆ। ਪੈਰਾਮਿਲਟਰੀ ਫੋਰਸ ਦਾ ਜਿੰਨਾ ਪ੍ਰਪੋਰਸ਼ਨ ਉਹਨਾਂ ਦਾ ਬਣਦਾ ਸੀ, ਜਿੰਨਾ ਹਿੱਸਾ ਸੀ ਹਰਿਆਣੇ ਵਾਲਿਆਂ ਦਾ, ਉਹ ਆਪਣਾ ਪੈਸਾ ਨਾਲ ਦਾ ਨਾਲ ਦੇ ਹੀ ਗਿਆ, ਔਰ ਕਰੋੜਾਂ 'ਚ ਬਣਦਾ। ਜਿਹੜਾ ਪੰਜਾਬ ਦਾ ਹਿੱਸਾ ਸੀ, ਪੰਜਾਬ ਵਾਲੇ ਕਦੇ ਸਾਲ ਅਟਕ, ਕਦੇ 2 ਸਾਲ ਅਟਕੇ, ਕਦੇ 3 ਸਾਲ ਅਟਕ ਕੇ ਇਹ ਹੋਰ ਪਾਸੇ ਸ਼ਾਹ ਖਰਚੀ ਬਹੁਤ ਕਰਦੇ ਰਹੇ, ਐਸ਼ ਵੀ ਬਹੁਤ ਕੀਤੀ, ਪਰ ਉਸ ਮਾਮਲੇ 'ਚ ਪੈਸੇ ਪੂਰੇ ਨਹੀਂ ਦਿੰਦੇ ਰਹੇ। ਹੁਣ ਜਦੋਂ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ, ਇਹਨਾਂ ਦੇ ਆਉਣ ਤੋਂ ਪਹਿਲਾਂ ਜਿਹੜੀ ਪਿਛਲੀ ਸਰਕਾਰ ਗਈ ਹੈ ਉਹ ਫਿਰ 150 ਕਰੋੜ ਦਾ ਖਰਚਾ ਛੱਡ ਗਈ ਹੈ। ਸਵਾਲ ਇਹ ਨਹੀਂ ਕਿ ਭਗਵੰਤ ਮਾਨ ਦੀ ਸਰਕਾਰ ਇਸ ਵੇਲੇ ਆਈ ਹੈ ਤੇ ਇਹਨੂੰ 150 ਕਰੋੜ ਰੁਪਇਆ ਦੇਣਾ ਪੈਣਾ। ਇਹਦੇ ਨਾਲ ਵੱਡਾ ਸਵਾਲ ਮੈਂ ਇੱਕ ਹੋਰ ਪੁੱਛਦਾ, ਇਹਨਾਂ ਨੇ 2013-14 ਦੇ ਨੇੜੇ ਤੇੜੇ ਪੰਜਾਬ ਵਿੱਚ ਇੱਕ ਸਪੈਸ਼ਲ ਕਮਾਂਡੋ ਫੋਰਸ ਨਵੀਂ ਖੜੀ ਕੀਤੀ। ਕੇਂਦਰ ਸਰਕਾਰ ਦੇ ਕੋਲ ਇੱਕ ਫੋਰਸ ਹੈ ਜਿਹਨੂੰ SPG ਕਹਿੰਦੇ ਆ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਜੀ। ਉਹ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਇਹ ਹੋਮ ਮਿਨਿਸਟਰ, ਇਹ 4-5 ਗਿਣਤੀ ਦੀਆਂ ਜਿਹੜੀਆਂ ਸ਼ਖਸੀਅਤਾਂ, ਉਹਨਾਂ ਦੀ ਰਾਖੀ ਉਹ SPG ਕਰਦੀ ਹੈ। ਇਹਨਾਂ ਨੇ ਬਿਲਕੁਲ ਉਹਦੇ ਵਰਗੀ ਇੱਕ ਫੋਰਸ ਖੜੀ ਕੀਤੀ, ਉਹਦਾ ਨਾਂ SPU ਰੱਖਿਆ, ਸਪੈਸ਼ਲ ਪ੍ਰੋਟੈਕਸ਼ਨ ਯੂਨਿਟ। ਉਹ ਜਿਹੜਾ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ SPU ਇਹਨਾਂ ਨੇ ਬਣਾਇਆ, ਅੱਜ 2 ਮਹੀਨੇ ਪਹਿਲਾਂ ਰੌਲਾ ਪੈ ਚੁੱਕਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਪਿਆ ਸੀ, ਚਰਨਜੀਤ ਸੁਚਨੀ ਦੇ ਵੇਲੇ ਵੀ ਪਿਆ ਸੀ ਕਿ ਉਹ ਫੋਰਸ ਖੜੀ ਕੀਤੀ ਆ, ਬੜੀ ਵਧੀਆ ਫੋਰਸ ਆ, ਕਮਾਂਡੋ ਫੋਰਸ ਆ, ਪਰ ਇਹ 'ਚ ਪੰਜਾਬੀ ਨੌਜਵਾਨ ਨਹੀਂ ਗਏ ਜੀ। ਦੂਸਰੇ ਸੂਬਿਆਂ ਦੇ ਜ਼ਿਆਦੇ ਆ, ਪੰਜਾਬੀ ਤੇ ਗਿਣਵਾ ਚੁਣਾ ਰੱਖਿਆ। ਇਹਦਾ ਮਤਲਬ ਪੰਜਾਬੀ ਮੁੰਡਿਆਂ ਤੇ ਯਕੀਨ ਨਹੀਂ ਸੀਗਾ, ਬਾਹਰ ਦੇ ਲਿਆ ਕੇ ਲਾਇਆ ਸੀ। ਉਹ ਜਿਹੜੀ ਫੋਰਸ ਖੜੀ ਕੀਤੀ ਗਈ,
ਜੇ ਇਹ ਗਿਣੇ ਚੁਣਵੇਂ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਹੋਮ ਮਿਨਿਸਟਰ 5-7 ਅਸਾਮੀਆਂ ਵਾਸਤੇ ਏਡੀ ਵੱਡੀ ਫੋਰਸ, ਕਮਾਂਡੋ ਫੋਰਸ ਖੜੀ ਕੀਤੀ ਜਾ ਸਕਦੀ ਹੈ ਜਿੱਦਾਂ ਦੀ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਕੋਲ ਹੈ, ਜੀ, ਤੇ ਆਪਣੇ ਸੈਕਟਰੀਏਟ ਦੀ ਸਿਕਿਉਰਿਟੀ ਵਾਸਤੇ ਸਪੈਸ਼ਲ ਸੈਕਟਰੀਏਟ ਸਿਕਿਉਰਿਟੀ ਫੋਰਸ SSF ਨਹੀਂ ਸੀ ਬਣਾ ਸਕਦੇ, ਇਹ ਬਣਾ ਲੈਂਦੇ। ਜੀ, ਉਹਦਾ ਖਰਚਾ ਇਹਨਾਂ ਨੂੰ ਘੱਟ ਪੈਣਾ ਸੀ। PAP ਦੇ ਵਿੱਚ ਕਮਾਂਡੋ ਹੈਗੇ ਨੇ, IRB 'ਚ ਕਮਾਂਡੋ ਹੈਗੇ ਨੇ, ਇਹਨਾਂ ਦੀਆਂ ਸਪੈਸ਼ਲ ਕਮਾਂਡੋ ਬਟਾਲੀਅਨ ਨੇ, ਉਹਨਾਂ ਵਿੱਚੋਂ ਇੱਕ ਬਟਾਲੀਅਨ ਜਾਂ ਇੱਕ ਪਲਾਟੂਨ ਸਪੈਸ਼ਲ ਇਸ ਕਿਸਮ ਦੇ ਕਮਾਂਡੋਜ਼ ਦੀ ਤਿਆਰ ਕੀਤੀ ਜਾ ਸਕਦੀ ਸੀ, ਜਿਹੜੇ ਆਪਣੇ ਸਰਕਾਰ ਦੇ ਮੁੱਖ ਦਫ਼ਤਰ ਸੈਕਟਰੀਏਟ ਦੀ ਰਾਖੀ ਕਰ ਸਕਦੇ। ਇਹਨਾਂ ਅੱਜ ਤੱਕ ਉਹ ਨਹੀਂ ਬਣਾਈ, ਪਰ ਉਹਦੇ ਬਜਾਏ ਬਾਹਰ ਜਿਹੜਾ ਹੈਗਾ ਸੀ ਇਹਨਾਂ ਖਰਚਾ ਕੇਂਦਰ ਸਰਕਾਰ ਦੀ ਇੱਕ ਪੈਰਾਮਿਲਟਰੀ ਫੋਰਸ ਵਾਸਤੇ ਦੇਈ ਗਏ। ਇਹ ਜਿਹੜੇ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਾ ਜਿਹੜਾ ਲੇਖਾ ਚੱਲਦਾ ਰਿਹਾ ਨਾ, ਇਹ ਬੰਦ ਕਰਨਾ ਚਾਹੀਦਾ। ਹੁਣ ਨਵੀਂ ਸਰਕਾਰ ਨੂੰ ਆ ਕੇ ਇਹਦੇ ਬਾਰੇ ਵੀ ਸੋਚਣਾ ਚਾਹੀਦਾ। ਜੀ, ਪਰ ਸਾਹਿਬ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹਿੰਦੀਆਂ, ਬਹੁਤ ਸਾਰੇ ਇਸ਼ਤਿਹਾਰ ਆਉਂਦੇ ਰਹਿੰਦੇ ਆ। ਕੁਝ ਇਸ਼ਤਿਹਾਰ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਆ, ਆਪਾਂ ਕਹਿ ਸਕਦੇ ਆ ਭਰਮਾਊ ਹੁੰਦੇ ਆ। ਹੁਣ ਸਰਕਾਰ ਨੇ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਆ ਕਿ ਸੋਸ਼ਲ ਮੀਡੀਆ ਦੇ ਉੱਪਰ ਜਾਂ TV ਚੈਨਲਾਂ ਦੇ ਉੱਪਰ ਜਿਹੜੇ ਵੀ ਇਸ਼ਤਿਹਾਰ ਆਉਂਦੇ ਆ ਉਹ ਥੋੜੇ ਜਿਹੇ ਕੰਟਰੋਲ ਦੇ ਵਿੱਚ ਰਹਿਣ। ਆਪਾਂ ਵੀ ਜਦੋਂ ਅਖਬਾਰ ਸਵੇਰ ਨੂੰ ਚੱਕਦੇ ਆ ਤੇ ਵਿੱਚ ਅੱਜ ਕੱਲ੍ਹ IELTS ਲਈ ਕੋਈ ਹੁੰਦਾ ਹੈ, ਕੋਈ ਸਿਹਤ ਨੂੰ ਲੈ ਕੇ ਹੁੰਦੇ ਆ, ਇਹ ਕੀ ਕਹਿਣਾ ਚਾਹੋਗੇ ਇਸ ਖਾਸ ਟਿੱਪਣੀ ਤੇ? ਦੇਖੋ, ਜਿਹੜੇ IELTS ਵਾਸਤੇ ਹੁੰਦੇ ਆ ਜਾਂ ਸਿਹਤ ਬਾਰੇ ਹੁੰਦੇ ਆ ਜੀ, ਉਹ ਤਾਂ ਕੁਝ ਵੀ ਨਹੀਂ। ਇਹਦੇ ਨਾਲੋਂ ਵੱਡੇ ਭਰਮਾਊ ਇਸ਼ਤਿਹਾਰ ਹੁੰਦੇ ਆ, ਕੱਦ ਲੰਬਾ ਕਰੋ ਜੀ, ਇੰਨੇ ਦਿਨਾਂ 'ਚ। ਉਹਨੂੰ ਕੋਈ ਖਿੱਚ ਕੇ ਲੰਮਾ ਕਰ ਦੂਗਾ 2 ਪਾਸਾਂ ਨੂੰ। ਤੁਸੀਂ ਫਲਾਣੀ ਬਿਮਾਰੀ ਦਾ ਇਲਾਜ, ਇਹ ਤਾਂ ਛੋਟੀਆਂ ਗੱਲਾਂ ਨੇ। ਅਗਲੀਆਂ ਗੱਲਾਂ ਇਹਨਾਂ ਦੇ ਵਿੱਚ ਹੁੰਦਾ, ਫਲਾਣੇ ਮੀਆਂ ਜੀ ਜਾਂ ਫਲਾਣੇ ਜੋਤਸ਼ੀ ਨੂੰ ਜਾ ਕੇ ਮਿਲੋ, ਉਹ ਤੁਹਾਡਾ ਜੰਤਰ ਮੰਤਰ ਤੰਤਰ ਕਰੂ ਤੇ ਤੁਹਾਡੇ ਸਾਰੇ ਦੁੱਖ ਇੰਨੇ ਦਿਨਾਂ 'ਚ ਦੂਰ ਹੋ ਜਾਣਗੇ। ਉਹ ਕੋਈ ਬੰਗਾਲੀ ਬਾਬਾ ਹੁੰਦਾ, ਕੋਈ ਨੇਪਾਲੀ ਬਾਬਾ ਹੁੰਦਾ ਜੀ, ਉਹ ਵੀ ਠੱਗੀ ਠੋਰੀ ਦੇ ਇਸ਼ਤਿਹਾਰ ਬੰਦ ਹੋਣੇ ਚਾਹੀਦੇ। ਬਿਲਕੁਲ। ਇਹ ਤੋਂ ਅਗਲੀ ਗੱਲ, ਸ਼ਰਤੀਆ ਬੱਚਾ ਪੈਦਾ ਹੋਵੇਗਾ, ਇਹ ਇਸ਼ਤਿਹਾਰ ਅਜੇ ਤੱਕ ਚੱਲ ਰਿਹਾ। ਸਰਕਾਰ ਇਹ ਕਹਿ ਚੁੱਕੀ ਹੈ ਕਿ ਰੰਗ ਭੇਦ, ਨਸਲ ਭੇਦ ਬੰਦ ਕਰੋ, ਨਸਲਵਾਦ ਦਾ ਵਿਤਕਰਾ ਬੰਦ ਕਰੋ। ਫਿਰ ਉਹ ਕਰੀਮਾਂ ਆਉਂਦੀਆਂ ਨੇ ਜਿਹੜੀਆਂ ਕਹਿੰਦੀਆਂ ਕਿ ਇਹ ਤੁਸੀਂ ਕਰੀਮ ਵਰਤੋਗੇ ਤੇ ਰੰਗ ਤੁਹਾਡਾ ਇੰਨਾ ਗੋਰਾ ਹੋ ਜਾਏਗਾ ਕਿ ਤੁਸੀਂ ਗੋਰਿਆਂ ਨੂੰ ਮਾਤ ਪਾਓਗੇ। ਇਹਦਾ ਮਤਲਬ ਜਿਨ੍ਹਾਂ ਦਾ ਰੰਗ ਗੋਰਾ ਨਹੀਂ ਉਹ ਇਨਸਾਨ ਨਹੀਂ ਹੈ। ਇੱਥੇ ਇੱਕ ਸਵਾਮੀ ਆ ਜਿਹੜਾ ਪਹਿਲਾਂ ਕਾਂਗਰਸੀਆਂ ਦੀ ਚਮਚਾਗਰੀ ਕਰਦਾ ਰਿਹਾ, ਹੁਣ ਪਿਛਲੇ 8-9 ਸਾਲਾਂ ਤੋਂ ਭਾਜਪਾ ਦੇ ਨਾਲ। ਉਹ ਆਪਣੀ ਆਯੁਰਵੈਦਿਕ ਕੰਪਨੀ 'ਚੋਂ ਪੁੱਤਰ ਬੀਜਕ ਦਵਾਈ ਤਿਆਰ ਕਰਕੇ ਵੇਚਦਾ। ਇਹਦਾ ਮਤਲਬ ਕਿ ਪੁੱਤਰ ਬੀਜਕ ਦਾ ਮਤਲਬ ਪੁੱਤਰ ਜੰਮਣਗੇ, ਤੁਹਾਡੇ ਘਰ ਧੀ ਨਹੀਂ ਜੰਮੇਗੀ। ਜਦੋਂ ਬਾਅਦ 'ਚ ਆਖਿਆ ਗਿਆ, ਕਹਿੰਦਾ ਨਹੀਂ ਜੀ, ਉਹ ਤਾਂ ਜਿਹੜਾ ਬਾਂਝਪਣ ਹੈ ਕਿ ਕਿਸੇ ਦੇ ਘਰ ਬੱਚਾ ਨਹੀਂ ਹੁੰਦਾ, ਬਾਂਝਪਣ ਤੋੜਨ ਵਾਸਤੇ ਪੁੱਤਰ ਹੋਵੇ ਜਾਂ ਧੀ ਹੋਵੇ ਕੋਈ ਫਰਕ ਨਹੀਂ। ਤੇ ਫਿਰ ਬੱਚਾ ਬੀਜਕ ਦੇ ਬਜਾਏ ਪੁੱਤਰ ਬੀਜਕ ਕਿਉਂ ਆਖਿਆ ਸੀ? ਜੀ, ਸ਼ਰਾਬ ਦੀਆਂ ਐਡਸ ਆਉਂਦੀਆਂ ਨੇ, ਹੁਣ ਅੱਜ ਕੱਲ੍ਹ ਨਹੀਂ ਆ ਰਹੀ, ਪਹਿਲਾਂ ਇੱਕ ਐਡ ਆਉਂਦੀ ਹੁੰਦੀ ਸੀ। ਉਹਦੇ 'ਚ ਇੱਕ ਬੋਤਲ ਪਈ ਆ, ਬੋਤਲ ਦੇ ਉੱਤੇ ਵੱਡੇ ਅੱਖਰਾਂ 'ਚ ਸ਼ਰਾਬ ਦੇ ਇੱਕ ਬ੍ਰਾਂਡ ਦਾ ਨਾਂ, ਥੱਲੇ ਛੋਟੇ ਜਿਹੇ ਅੱਖਰਾਂ 'ਚ ਲਿਖਿਆ ਕਲੱਬ ਸੋਡਾ। ਇਹ ਕਹਿਣ ਵਾਸਤੇ ਕਿ ਇਸ ਬ੍ਰਾਂਡ ਦਾ ਕਲੱਬ ਸੋਡਾ ਪੀਓ। ਉਹ ਕਲੱਬ ਸੋਡਾ ਗਲਾਸ ਵਿੱਚ ਪਾ ਕੇ ਇੱਕ ਬੰਦਾ ਘੁੱਟ ਭਰਦਾ ਤੇ ਕੁੜੀ ਵੱਲ ਵੇਖਦਾ ਤੇ ਕੁੜੀ ਦੇ ਉੱਪਰਲੇ ਬਟਨ ਖੁੱਲ ਜਾਂਦੇ ਆ। ਉਹ ਦੂਜੀ ਘੁੱਟ ਭਰਦਾ ਤੇ ਇੱਕ ਬਟਨ ਹੋਰ ਖੁੱਲ ਜਾਂਦਾ, ਇੱਕ ਘੁੱਟ ਭਰਦਾ ਤੇ ਹੋਰ ਖੁੱਲ ਜਾਂਦਾ। ਜਦੋਂ ਚੌਥੀ ਘੁੱਟ ਭਰਦਾ, ਦਰਸ਼ਕ ਉੱਧਰ ਵੇਖਦੇ ਆ ਤੇ ਉੱਥੇ ਲਿਖਿਆ ਹੁੰਦਾ ਕਿ ਫਲਾਨਾ ਕਲੱਬ ਸੋਡਾ ਪੀਓ, ਉਹਦੇ ਤੱਕ ਕੁੜੀ ਗਾਇਬ ਕਰ ਦਿੱਤੀ ਜਾਂਦੀ ਹੈ। ਹਿੰਦੁਸਤਾਨ 'ਚ ਕਿਹੜਾ ਇਹੋ ਜਿਹਾ ਸੋਡਾ ਬਣ ਗਿਆ ਜਿਹੜਾ ਪੀਂਦਿਆਂ ਸਾਰ ਬੰਦਿਆਂ ਨੂੰ ਵੇਖ ਕੇ ਤੇ ਕੁੜੀ ਦੇ ਗਲੇ ਤੋਂ ਲੈ ਕੇ ਛਾਤੀ ਤੱਕ ਬਟਨ ਟੁੱਟਣੇ ਸ਼ੁਰੂ ਹੋ ਜਾਂਦੇ। ਮਸ਼ਹੂਰੀ ਸ਼ਰਾਬ ਦੀ ਆ, ਪਰ ਉੱਤੇ ਕਲੱਬ ਸੋਡਾ ਲੱਗ ਕੇ ਕੀਤੀ ਜਾ ਰਹੀ ਜੀ। ਇੱਕ ਤੰਬਾਕੂ ਕੰਪਨੀ ਆ, ਉਹ ਨਾਂ ਬਦਲ ਕੇ ਕ੍ਰਿਕਟ ਦੇ ਹੋਰ ਚੀਜ਼ਾਂ ਦੇ ਮੈਚ ਕਰਾ ਰਹੀ। ਸਭ ਬੰਦ ਹੋਣੇ ਚਾਹੀਦੇ। ਕਿਉਂ ਪਾਬੰਦੀਆਂ ਨਹੀਂ ਲਾਉਂਦੇ? ਇਹ ਜੇ ਸਰਕਾਰ ਇਸ ਕਿਸਮ ਦਾ ਕੋਈ ਕਰੇ ਤੇ ਲੋਕੀ ਖੁਸ਼ ਹੋਣਗੇ, ਕਰਨਾ ਚਾਹੀਦਾ। ਜੀ, ਪਰ ਸਰ ਕੈਪੀਟਲ ਹਿੱਲ ਹਿੰਸਾ ਹੋਈ ਸੀ, ਉਹਦਾ ਵੀ ਜ਼ਿਕਰ ਜ਼ਰੂਰ ਕਰਨਾ, ਕਿਉਂਕਿ ਰਿਪੋਰਟ ਸਾਹਮਣੇ ਆਈ ਹੈ ਤੇ ਡੋਨਲਡ ਟਰੰਪ ਤੇ ਦੋਸ਼ ਲੱਗਿਆ ਕਿ ਉਹਨਾਂ ਨੇ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਸੇ ਵੇਲੇ ਹਿੰਸਾ ਭੜ ਗਈ ਸੀਗੀ। ਵਾਹਵਾ ਸਮੇਂ ਬਾਅਦ ਇਹ ਰਿਪੋਰਟ ਆਈ ਹੈ ਤੇ ਦੋਸ਼ ਤਾਂ ਤੈਅ ਲਗਭਗ ਹੋ ਹੀ ਗਿਆ। ਕੀ ਕਹਿਣਾ ਚਾਹੋਗੇ? ਜਦੋਂ ਉੱਥੇ ਰਾਸ਼ਟਰਪਤੀ ਦੀ ਚੋਣ ਪਿਛਲੀ ਵਾਰ ਚੱਲਦੀ ਪਈ ਸੀ, ਜੀ, ਅਜੇ
ਚੋਣ ਦਾ ਨਤੀਜਾ ਆਉਣ 'ਚ 3 ਮਹੀਨੇ ਰਹਿੰਦੇ ਸੀ। ਜਦੋਂ ਡੋਨਲਡ ਟਰੰਪ ਨੇ ਕਹਿਤਾ ਸੀ ਕਿ ਮੈਂ ਹਾਰ ਵੀ ਗਿਆ ਤੇ ਐਡੀ ਛੇਤੀ ਵਾਈਟ ਹਾਊਸ ਮੈਂ ਛੱਡਣ ਵਾਲਾ ਨਹੀਂ, ਮੇਰੇ ਤੋਂ ਛਡਾ ਨਹੀਂ ਸਕਦੇ। ਫਿਰ ਉਹਨੇ ਅਖੀਰਲਿਆਂ ਦਿਨਾਂ ਜਾ ਕੇ ਨਤੀਜੇ ਨੂੰ ਚੈਲੰਜ ਕੀਤਾ। ਕਈਆਂ ਸੂਬਿਆਂ ਦੇ ਵਿੱਚ ਵੋਟਾਂ ਦੀ ਦੁਬਾਰਾ ਗਿਣਤੀ ਕੀਤੀ ਗਈ, ਉਹ ਦੁਬਾਰਾ ਗਿਣਤੀ 'ਚ ਵੀ ਹਾਰ ਗਿਆ। ਫਿਰ ਆਖਰੀ ਰਸਮ ਹੁੰਦੀ ਹੈ ਕਿ ਪਾਰਲੀਮੈਂਟ ਦੇ ਦੋਵੇਂ ਹਾਊਸ ਇਸ ਨਤੀਜੇ ਨੂੰ ਮਾਨਤਾ ਦੇਣ। ਜਿਸ ਦਿਨ ਪਾਰਲੀਮੈਂਟ ਦੇ ਦੋਵੇਂ ਹਾਊਸ ਬੈਠੇ ਸੀ ਤੇ ਇਹਨੂੰ ਮਾਨਤਾ ਦੇਣੀ ਸੀ, ਉਸ ਵਕਤ ਇਹਦੀ ਭੜਕਾਈ ਹੋਈ ਭੀੜ ਕੈਪੀਟਲ ਹਿੱਲ ਨੂੰ ਘੇਰਨ ਚਲੀ ਗਈ, ਜਿੱਥੇ ਪਾਰਲੀਮੈਂਟ ਸੀ। ਲੋਕੀ ਪੁਲਿਸ ਨੂੰ ਧੱਕੇ ਦੇ ਕੇ ਦੁਨੀਆ ਦੀ ਸੁਪਰ ਪਾਵਰ ਦੀ ਪਾਰਲੀਮੈਂਟ ਦੇ ਅੰਦਰ ਜਾ ਵੜੇ, ਪਾਰਲੀਮੈਂਟ ਦੀ ਸਪੀਕਰ ਦੀ ਬੇਇੱਜ਼ਤੀ ਕੀਤੀ। 4-5 ਬੰਦੇ ਮਰੇ, ਜਿਨ੍ਹਾਂ 'ਚ 2 ਭੀੜ ਦੇ ਵਿੱਚੋਂ ਸੀ, 2 ਦੂਸਰੇ ਪਾਸਿਓਂ ਸੀ, ਪੁਲਿਸ ਵਾਲੇ ਵੀ ਮਰੇ। ਇਹ ਸਾਰਾ ਕੁਝ ਹੋਇਆ ਔਰ ਜਦੋਂ ਲਾਈਵ ਚੱਲ ਰਿਹਾ ਸੀ ਟੀਵੀ ਦੇ ਉੱਤੇ, ਸਾਰਾ ਕੁਝ ਵਿਖਾਇਆ ਜਾ ਰਿਹਾ ਸੀ। ਡੋਨਲਡ ਟਰੰਪ ਦਾ ਟੱਬਰ ਟਿਗਲੀਆਂ ਮਾਰਦਾ ਹੈ, ਬਣ ਗਿਆ ਕੰਮ, ਔਰ ਨਾਲ ਉਹ ਸਾਰੀ ਵੀਡੀਓ ਕਰਕੇ ਛੋਟੀਆਂ ਵੀਡੀਓ ਕਲਿੱਪਸ ਲੋਕਾਂ ਨੂੰ ਭੇਜ ਰਿਹਾ ਸੀ ਕਿ ਸਾਡਾ ਕੰਮ ਬਣ ਗਿਆ, ਹੁਣ ਆਪਾਂ ਵਾਈਟ ਹਾਊਸ ਛੱਡਣਾ ਹੀ ਨਹੀਂ। ਬਹਾਨਾ ਬਣ ਗਿਆ ਕਿ ਗੜਬੜ ਹੋ ਗਈ ਹੈ, ਹੁਣ ਆਪਾਂ ਵਾਈਟ ਹਾਊਸ 'ਤੇ ਕਾਬਜ। ਪਰ ਅਮਰੀਕਾ ਦੀ ਡੈਮੋਕ੍ਰੇਸੀ ਨੂੰ ਚਲਾਉਣ ਵਾਲੀ ਪਾਰਲੀਮੈਂਟ ਤੇ ਸਿਸਟਮ ਇਸ ਗੱਲ ਤੇ ਅੜ ਗਿਆ ਕਿ ਇਹੋ ਜਿਹਾ ਬੰਦਾ ਹੁਣ ਨਹੀਂ ਰੱਖਣਾ। ਉਹਦੀ ਪੜਤਾਲ ਚੱਲਦੀ ਪਈ ਸੀ। ਹੁਣ ਪੜਤਾਲ ਦੀ ਰਿਪੋਰਟ 'ਚ ਉਹਨਾਂ ਦੱਸਤਾ ਕਿ ਡੋਨਲਡ ਟਰੰਪ ਨੇ ਆਖਰੀ ਵਕਤ ਨਤੀਜੇ ਨੂੰ ਪਲਟਾਉਣ ਵਾਸਤੇ ਇੱਕ ਕਿਸਮ ਦੇ ਇਹੋ ਜਿਹਾ ਯਤਨ ਕੀਤਾ, ਜਿਹੜਾ ਯਤਨ ਤਖਤਾ ਪਲਟ ਦੇ ਨਾਲ ਮਿਲਦਾ ਜੁਲਦਾ ਕਈਆਂ ਦੇਸ਼ਾਂ 'ਚ ਵੇਖਿਆ ਸੀ। ਇੱਦਾਂ ਪਾਰਲੀਮੈਂਟਾਂ 'ਚ ਹਮਲਾ ਕਰਕੇ ਤਖਤਾ ਪਲਟ ਹੋਏ ਆ। ਸੁਪਰ ਪਾਵਰ ਦੇ ਰਾਸ਼ਟਰਪਤੀ ਨੇ ਆੜੀ ਕਰਤੂਤ ਕੀਤੀ ਹੈ ਜੀ, ਉਹਦਾ ਕਰਕੇ ਜਿਹੜੀ ਰਿਪੋਰਟ ਆਈ ਹੈ, ਲੋਕ ਉਸ ਰਿਪੋਰਟ ਨੂੰ ਠੀਕ ਮੰਨਣਗੇ ਜੀ। ਪਰ ਸਰ ਖਬਰਾਂ ਤਾਂ ਹੋਰ ਵੀ ਬਹੁਤ ਸਾਰੀਆਂ ਸੀ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਤੁਸੀਂ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।